ਇਸ ਵਾਰ ਮੈਂ ਲਿਖ ਲਿਆ ਚੇਤੇ। ਆਦਿ ਸੱਚ ਜੁਗਾਦ ਸੱਚ ਚੰਗਾ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਸਾ ਧਰਤੀ ਭਈ ਹਰਿਆਵਲੀ ਜਿੱਥੈ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾ ਲੈ ਛੜਾ ਜਨ ਨਾਨਕ ਸਤਿਗੁਰ ਮੇਲੋ ਜਨ ਨਾਨਕ ਧੋਵਹਿ ਪਾਇ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵਹਿ ਪਾਇ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਇ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾ ਸਿਉ ਪ੍ਰੀਤ ਲਗਾਇ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਇ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਅੱਜ ਇਸ ਪਾਵਨ ਅਸਥਾਨ 'ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਸੋਰਠ ਰਾਗ ਦੀ ਵਾਰ 24ਵੀਂ ਪੌੜੀ ਹੈ। 2 ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਦਰਜ ਕੀਤੇ ਨੇ। ਜਿੱਥੇ ਹੁਕਮ ਦੀ ਵਿਚਾਰ ਉੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜੋ ਆਪ ਸਿੱਖ ਸੰਗਤ ਇਸ ਪਾਵਨ ਅਸਥਾਨ 'ਤੇ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਅੱਜ ਮਨਾ ਰਹੇ ਹੋ। ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਵਿੱਚੋਂ ਦੂਸਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਵੀ ਜਨਮ ਦਿਹਾੜਾ ਜੋ ਕੱਲ੍ਹ ਦੇ ਦਿਨ ਸੀ, ਪਰ ਅੱਜ ਵੀ ਆਪ ਸੰਗਤ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ 'ਤੇ ਮਨਾਇਆ ਜਾ ਰਿਹਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਅਤੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਆਓ ਮਹਾਰਾਜ ਜੀ ਨੇ ਅੱਜ ਜੋ ਬਖਸ਼ਿਸ਼ ਕੀਤੀ ਹੈ ਉਸ ਵਿਚਾਰ ਨਾਲ ਜੁੜੀਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦਾ ਆਗਮਨ ਸੰਨ 1534 ਈਸਵੀ ਨੂੰ ਲਾਹੌਰ ਦੀ ਧਰਤੀ 'ਤੇ
ਭਾਈ ਹਰਦਾਸ ਜੀ ਦੇ ਘਰ ਦੇ ਵਿੱਚ ਮਾਤ ਦਇਆ ਕੌਰ ਜੀ ਕੁੱਖ ਦੇ ਵਿੱਚੋਂ ਚੂਨਾ ਮੰਡੀ ਲਾਹੌਰ ਦੇ ਵਿੱਚ ਹੋਇਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਦੋਂ ਅਸੀਂ ਜੀਵਨ ਕਾਲ ਨੂੰ ਪੜ੍ਹਦੇ ਹਾਂ, ਬਚਪਨ ਉਹਨਾਂ ਦਾ ਕੁਝ ਐਸਾ ਗੁਜ਼ਰਿਆ ਹੈ। ਹਾਲੇ 2 ਸਾਲ ਦੀ ਉਮਰ ਸੀ ਭਾਈ ਜੇਠਾ ਜੀ ਦੀ। ਉਹਨਾਂ ਦੇ ਸਤਿਕਾਰਯੋਗ ਮਾਤ ਦਇਆ ਕੌਰ ਜੀ ਅਕਾਲ ਚਲਾਣਾ ਕਰ ਗਏ। ਪਿਤਾ ਨੇ ਆਪਣੇ ਇਸ ਪੁੱਤਰ ਨੂੰ ਸਾਂਭਿਆ, ਪਰ ਹਲੇ ਉਸ ਬੱਚੇ ਦੀ 7 ਸਾਲ ਦੀ ਉਮਰ ਹੋਈ ਸੀ। ਪਰਮਾਤਮਾ ਦੇ ਘਰ ਦੇ ਵਿੱਚੋਂ ਭਾਈ ਹਰਦਾਸ ਜੀ ਨੂੰ ਵੀ ਸਦੜਾ ਆ ਗਿਆ। 7 ਸਾਲ ਦੀ ਉਮਰ, ਮਾਤਾ ਪਿਤਾ ਦਾ ਸਾਇਆ ਉੱਠ ਗਿਆ। ਬਜ਼ੁਰਗ ਨਾਨੀ ਨੇ ਆਪਣੇ ਇਸ ਦੋਤੇ ਨੂੰ ਸਾਂਭਿਆ। ਜਿੰਨਾ ਵੀ ਹੋ ਸਕਿਆ ਲਾਹੌਰ ਦੇ ਗਲੀਆਂ ਦੇ ਵਿੱਚ ਭਾਈ ਜੇਠਾ ਜੀ ਨੂੰ ਘੁੰਗਣੀਆਂ ਉਬਾਲ ਦੇਣੀਆਂ ਤੇ ਉਹਨਾਂ ਨੇ ਵੇਚ ਕੇ ਜੋ 4 ਟਕੇ ਕਮਾਉਣੇ, ਨਾਨੀ ਨੇ ਅਤੇ ਦੋਤੇ ਨੇ ਖਾ ਲੈਣਾ। ਪਰ ਇੱਥੇ ਵੀ ਸਿੱਖ ਵਿਦਵਾਨ ਜ਼ਿਕਰ ਕਰਦੇ ਨੇ, ਕਿਸੇ ਨੇ ਸਿਰ ਤੇ ਹੱਥ ਨਹੀਂ ਰੱਖਿਆ। ਹਾਲਾਂਕਿ ਰਿਸ਼ਤੇਦਾਰ ਸੋਢੀਆਂ ਦੀ ਕੁੱਲ ਦੇ ਸਾਰੇ ਨੇੜੇ ਸਨ, ਪਰ ਕਿਸੇ ਨੇ ਇਹ ਨਹੀਂ ਕਿਹਾ ਬੇਟਾ ਤੇਰੀ ਉਮਰ ਘੁੰਗਣੀਆਂ ਵੇਚਣ ਦੀ ਨਹੀਂ, ਬੱਚਾ ਏ, ਕੋਈ ਗੱਲ ਨਹੀਂ, ਮਾਤਾ ਪਿਤਾ ਦਾ ਸਾਇਆ ਉੱਠ ਗਿਆ ਹੈ। ਸਾਡੇ ਬੱਚੇ ਜਿੱਥੇ ਪ੍ਰਸ਼ਾਦਾ ਛਕਦੇ ਨੇ, ਇੱਕ ਤੂੰ ਵੀ ਪ੍ਰਸ਼ਾਦਾ ਛਕ ਕੇ ਆਪਣਾ ਪੇਟ ਦੀ ਪੂਰਤੀ ਕਰ ਲੈ। ਪਰ ਨਹੀਂ, ਸੰਸਾਰ ਦੇ ਵਿੱਚ ਲੋਕਾਂ ਦਾ ਇੱਕ ਸੁਭਾਅ ਹੈ, ਜਦੋਂ ਤੇ ਸੁੱਖ ਹੁੰਦਾ ਹੈ ਉਦੋਂ ਸਾਰੇ ਬੰਦੇ ਨੇੜੇ ਢੁਕਦੇ ਨੇ, ਪਰ ਮੁਸੀਬਤ ਦੇ ਸਮੇਂ ਗੁਰਮੁਖੋ ਆਪਣੇ ਵੀ ਸਾਥ ਛੱਡ ਦਿੰਦੇ ਨੇ। ਖੈਰ, ਇੱਥੋਂ ਤੱਕ ਭਾਈ ਵੀਰ ਸਿੰਘ ਨੇ ਲਿਖਿਆ ਹੈ, ਕਹਿਣ ਲੱਗੇ ਵੀ ਜਦੋਂ ਭਾਈ ਜੇਠਾ ਜੀ ਨੇ ਬਚਪਨ ਵਿੱਚ ਲਾਹੌਰ ਦੀਆਂ ਗਲੀਆਂ ਦੇ ਵਿੱਚ ਖੇਡਣਾ ਨਾ, ਤੇ ਲੋਕ ਆਪਣੇ ਬੱਚਿਆਂ ਨੂੰ ਇਸ ਬੱਚੇ ਨਾਲ ਖੇਡਣ ਤੋਂ ਵੀ ਰੋਕ ਦਿੰਦੇ ਸਨ, ਆਪਣੇ ਘਰਾਂ ਵਿੱਚ ਬੰਦ ਕਰ ਦਿੰਦੇ ਸਨ। ਪੁੱਛਿਆ ਜੀ ਕਿਉਂ ਇਹਨਾਂ ਇਸ ਬੱਚੇ ਨਾਲ ਵੈਰ ਕਮਾਰ, ਕਿਉਂ ਨਫ਼ਰਤ ਕਰ ਰਹੇ ਹੋ? ਤੇ ਲਾਹੌਰ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ, ਪਤਾ ਨਹੀਂ ਇਹ ਬੱਚਾ ਕਿੰਨਾ ਕੁ ਨਿਭਾਗਾ ਹੈ, ਜਿਹੜਾ ਬਚਪਨ ਵਿੱਚ ਹੀ ਆਪਣੇ ਮਾਤਾ ਪਿਤਾ ਤੋਂ ਵਾਂਝਾ ਰਹਿ ਗਿਆ, ਇਹਨੇ ਕੋ ਮਾੜੇ ਕਰਮ ਲਿਖਾ ਕੇ ਆਇਆ। ਪਰ ਉਹਨਾਂ ਲੋਕਾਂ ਨੂੰ ਪਤਾ ਨਹੀਂ, ਜਿਸ ਬੱਚੇ ਨੂੰ ਅੱਜ ਤੁਸੀਂ ਇੰਨਾ ਨਿਭਾਗਾ ਕਹਿੰਦੇ ਪਏ ਜੇ, ਆਉਣ ਵਾਲਾ ਸਮਾਂ ਆਏਗਾ ਇਸੇ ਬੱਚੇ ਨੂੰ ਲੋਕ ਦਰਸ਼ਨ ਕਰਨ ਵਾਸਤੇ ਤਰਸਿਆ ਕਰਨਗੇ। ਸੱਚ ਜੇ ਗੁਰਮੁਖੋ, ਪਿਛਲੇ ਦਿਨੀ ਮੀਡੀਆ ਦੇ ਵਿੱਚ ਇੱਕ ਖਬਰ ਵਿਖਾਈ ਗਈ, ਕਹਿਣ ਲੱਗੇ ਵੀ ਇਹ ਉਹੀ ਭਾਈ ਜੇਠਾ ਨੇ, ਉਹੀ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਬਣੇ ਨੇ, ਜਿਨ੍ਹਾਂ ਦੇ ਨਾਲ ਬਚਪਨ ਵਿੱਚ ਬੱਚਿਆਂ ਨੂੰ ਲੋਕ ਖੇਡਣ ਨਹੀਂ ਸਨ ਦਿੰਦੇ। ਪਰ ਅੱਜ ਜਿਸ ਵੇਲੇ ਅੰਮ੍ਰਿਤ ਵੇਲੇ ਕਵਾੜ ਖੁੱਲ੍ਹਣੇ ਹੁੰਦੇ, ਹਰਿਮੰਦਰ ਸਾਹਿਬ ਤੁਸੀਂ ਜਾਣਦੇ ਹੋ, ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ, ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉੱਥੇ ਤਰਲੇ ਲੈ ਰਹੀਆਂ ਹੁੰਦੀਆਂ, ਉਡੀਕ ਕਰ ਰਹੀਆਂ ਹੁੰਦੀਆਂ ਨੇ। ਮੈਂ ਬਾਣੀ ਪੜ੍ਹਦਿਆਂ ਇੱਕ ਚੀਜ਼ ਮਹਾਰਾਜ ਜੀ ਦੇ ਸਾਹਮਣੇ ਰੱਖੀ ਵੀ ਇਸ ਅਨਾਥ ਬੱਚੇ ਦੀ ਏਡੀ ਵੱਡੀ ਬਖਸ਼ਿਸ਼ ਹੋ ਗਈ, ਉਹਦਾ ਕਾਰਨ ਕੀ ਸੀ? ਤੇ ਅੱਜ ਜਦ ਜਿਹੜਾ ਹੁਕਮਨਾਮਾ ਆਇਆ ਹੈ ਨਾ, ਜੇ ਪੜ੍ਹਿਆ ਜਾਏ ਨਾ ਧਿਆਨ ਦੇ ਨਾਲ, ਇਹ ਸਾਰਾ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਢੁਕਦਾ ਹੈ। ਹੁਣ ਵੇਖੋ, ਜਦੋਂ ਬੰਦਾ ਗੁਰੂ ਦੀ ਸੇਵਾ ਵਿੱਚ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਜੁੜ ਜਾਂਦਾ ਹੈ ਨਾ, ਕਿਹੜੀ ਦਾਤ ਹੈ ਦੁਨੀਆ ਦੀ ਜਿਹੜੀ ਨਹੀਂ ਝੋਲੀ ਵਿੱਚ ਪੈਂਦੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ, ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦਾ ਤੱਤ ਸਾਰ ਸਾਹਮਣੇ ਰੱਖਿਆ। ਉਹਨਾਂ ਜਵਾਬ ਦਿੱਤਾ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਸੀ ਗੁਰੂ ਦੀ ਸੇਵਾ ਵਿੱਚੋਂ ਕੀ ਮਿਲਦਾ ਹੈ, ਪਰਮਾਤਮਾ ਦੀ ਭਗਤੀ ਵਿੱਚੋਂ ਕੀ ਮਿਲਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਬੋਲ ਉਚਾਰਨ ਕੀਤੇ, ਕਹਿਣ ਲੱਗੇ ਭਲਿਆ ਇਹ ਨਾ ਕਿਆ ਕਰ ਵੀ ਗੁਰੂ ਦੀ ਸੇਵਾ ਵਿੱਚੋਂ ਕੀ ਮਿਲਦਾ ਹੈ, ਇਹ ਪੁੱਛਿਆ ਕਰ ਵੀ ਗੁਰੂ ਦੀ ਸੇਵਾ ਵਿੱਚੋਂ ਕੀ ਨਹੀਂ ਮਿਲਦਾ। ਤੇ ਅੱਜ ਜਿਸ ਗੁਰੂ ਦਾ ਆਪਾਂ ਆਗਮਨ ਪੁਰਬ ਮਨਾ ਰਹੇ ਹਾਂ ਨਾ, ਉਸ ਗੁਰੂ ਸਾਹਿਬਾਨ ਨੇ, ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ 2 ਦਹਾਕੇ ਤੋਂ ਵੱਧ ਸੇਵਾ ਕੀਤੀ। ਭਾਵ ਵਿਦਵਾਨ ਸੱਜਣ ਲਿਖਦੇ ਨੇ 21-22 ਸਾਲ ਲਗਾਤਾਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਸੇਵਾ ਕਰਦੇ ਰਹੇ। ਸੇਵਾ ਤੋਂ ਬਾਅਦ ਭਾਈ ਜੇਠਾ ਜੀ ਝੋਲੀ ਵਿੱਚ ਕਿਹੜੀ ਦਾਤ ਪਈ, ਉਹਨਾਂ ਨੇ ਆਪ ਜ਼ਿਕਰ ਕੀਤਾ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਬਚਪਨ ਵਿੱਚ ਐਸੇ ਹਾਲਾਤ ਸਨ
ਪਰ ਸਮਾਂ ਬਣਿਆ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਸੇਵਾ ਕੀਤੀ। ਅੱਜ ਉਸੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚੁਬਾਰਾ ਸਾਹਿਬ ਦੇ ਅਸਥਾਨ ਤੇ ਆਪਣੇ ਘਰ ਦੇ ਵਿੱਚ ਝਾੜੂ ਮਾਰਨ ਵਾਲੇ, ਆਪਣੇ ਘਰ ਦੇ ਵਿੱਚ ਸੇਵਾ ਸਿਮਰਨ ਕਰਨ ਵਾਲੇ ਨੂੰ ਆਪਣੀ ਗੱਦੀ ਦਾ ਮਾਲਕ ਬਣਾ ਦਿੱਤਾ। ਆਪ ਸੰਗਤ ਵਿੱਚ ਬਿਰਾਜਮਾਨ ਹੋ ਗਏ। ਤੇ ਪੁੱਛੀਏ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਕੀ ਦਾਤਾਂ ਝੋਲੀ ਵਿੱਚ ਪਈਆਂ ਨੇ? ਤੇ ਉਹਨਾਂ ਆਪਣੀ ਰਸਨਾ ਤੋਂ ਪਹਿਲੇ ਦਿਨ ਬਚਨ ਉਚਾਰਨ ਕੀਤੇ ਸਨ, ਦੁਨੀਆ ਦੇ ਲੋਗੋ ਵੇਖੋ ਕਦੀ ਉਹ ਸਮਾਂ ਸੀ ਲਾਹੌਰ ਦੀ ਗਲੀਆਂ ਵਿੱਚ ਕੀੜਿਆਂ ਦੀ ਤਰ੍ਹਾਂ ਰੁਲਦਾ ਫਿਰਦਾ ਸਾਂ। ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿਰ ਤੇ ਹੱਥ ਰੱਖਿਆ ਹੈ, ਇਹਨਾਂ ਦੀ ਸੇਵਾ ਕੀਤੀ, ਪਰਮਾਤਮਾ ਦੀ ਭਗਤੀ ਕੀਤੀ। ਅੱਜ ਦੁਨੀਆ ਦੀ ਬਾਦਸ਼ਾਹੀ ਨਹੀਂ, ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਰਾਜ ਭਾਗ ਮਿਲ ਗਿਆ। ਉੱਥੇ ਉਹਨਾਂ ਨੇ ਬਚਨ ਉਚਾਰਨ ਕੀਤੇ ਸੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣ ਹੋ ਆਪੇ, ਹਮ ਰੁਲਤੇ ਫਿਰਦੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੈ ਸਭ ਸੋਗ ਸੰਤਾਪੇ। ਅੱਜ ਸਾਰੀਆਂ ਬਖਸ਼ਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਆ ਗਈਆਂ ਨੇ। ਗੁਰਮੁਖੋ ਸਾਡੇ ਵਿਦਵਾਨ ਸੱਜਣ ਜ਼ਿਕਰ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। 30 ਰਾਗਾਂ ਦੇ ਵਿੱਚ ਬੇਅੰਤ ਸ਼ਬਦ, ਜਿਹੜੀ ਆਸਾ ਕੀ ਵਾਰ ਆਪਾਂ ਸਰਵਣ ਕਰਦੇ ਆ ਨਾ, ਉਹ ਵੀ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਛਕੇ ਉਚਾਰਨ ਕੀਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਭੱਟ ਸਾਹਿਬਾਨਾਂ ਨੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਭਜਨ ਕਹਿੰਦੇ, ਬੰਦਿਆ ਪਤਾ ਨਹੀਂ ਕਿੰਨੇ ਕੁ ਸੰਸਾਰ ਦੇ ਵਿੱਚ ਪਾਪ ਕਰੀ ਜਾਂਦਾ, ਕਿੰਨੇ ਕੁ ਮਾੜੇ ਕਰਮ ਕਰੀ ਜਾਂਦਾ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਆਣ ਕੇ ਅਰਦਾਸ ਕਰੀ, ਬੇਨਤੀ ਕਰੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕੇਗਾ, ਤੇਰੇ ਕਰੋੜਾਂ ਪਾਪ ਸੜ ਕੇ ਸਵਾਹ ਜਾਣ। ਆ ਅੰਮ੍ਰਿਤ ਵੇਲੇ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਜਾਂਦਾ ਹੈ ਨਾ, ਤੇ ਰੋਜ਼ ਸਵਈਆ ਪੜਿਆ ਜਾਂਦਾ ਹੈ। ਹੁਣੇ ਮੈਂ ਆਪ ਜੀ ਨੂੰ ਮੰਗਲਾ ਚਰਨ ਦੇ ਵਿੱਚ ਉਹ ਬੋਲ ਸੁਣਾਏ ਸਨ, ਫਿਰ ਸੁਣਾ ਦਿਆਂ, ਕਿਉਂਕਿ ਜਿਸ ਗੁਰੂ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉਸ ਗੁਰੂ ਦੇ ਚਰਨਾਂ ਵਿੱਚ ਝੁਕ ਜਾਈਏ ਤੇ ਅਰਦਾਸ ਕਰੀਏ, ਸਤਿਗੁਰੂ ਹਮ ਅਵਗਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਹੇ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ, ਆਪਣੀ ਚਰਨ ਸ਼ਰਨ ਬਖਸ਼ਿਓ, ਆਪਣੀ ਸੰਗਤ ਦੀ ਦਾਤ ਬਖਸ਼ਿਓ, ਤਾਂ ਕਿ ਸਾਡਾ ਵੀ ਸੰਸਾਰ ਦੇ ਵਿੱਚ ਆਉਣਾ ਸਫਲਾ ਹੋ ਸਕੇ। ਦੂਸਰਾ ਦਿਹਾੜਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ। 2-4 ਮਿੰਟ ਉਸ ਮਹਾਂਪੁਰਖ ਦੇ ਜੀਵਨ ਨੂੰ ਵੀ ਵਿਚਾਰਾਂ ਸਾਂਝੀਆਂ ਕਰ ਲਈਏ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ 1506 ਈਸਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਕੱਥੂ ਨੰਗਲ। ਉਸ ਕੱਥੂ ਨੰਗਲ ਦੇ ਵਿੱਚ ਜ਼ਿਮੀਂਦਾਰ ਜਿਹਦਾ ਨਾਮ ਆਇਆ ਹੈ ਸਕੂ ਰੰਧਾਵਾ, ਇਹਨਾਂ ਦੇ ਘਰ ਦੇ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਹੋਇਆ। ਅੱਜ ਸਮਾਂ ਆਇਆ ਸਨ 1518 ਦਾ। ਬਾਬਾ ਬੁੱਢਾ ਜੀ ਦੀ ਉਸ ਵੇਲੇ ਉਮਰ ਸੀ 12 ਸਾਲ। ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਇਸ ਇਲਾਕੇ ਦੇ ਵਿੱਚ ਆਏ ਤੇ ਤੁਸੀਂ ਹੈਰਾਨ ਰਹਿ ਜਾਓਗੇ, ਜਿਸ ਹਰਮੰਦਰ ਸਾਹਿਬ ਤੇ ਤੁਸੀਂ ਅੱਜ ਜਾ ਕੇ ਨਤਮਸਤਕ ਹੁੰਦੇ ਹੋ ਨਾ, ਮੱਥਾ ਟੇਕਦੇ ਹੋ, ਇਸ ਅਸਥਾਨ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਨਗਰੀ ਨੂੰ ਵਸਾਇਆ, ਸ਼ਹਿਰ ਨੂੰ ਵਸਾਇਆ। ਸਰੋਵਰ ਮਹਾਰਾਜ ਜੀ ਨੇ ਆਪ ਬਣਵਾਇਆ। ਹਰਮੰਦਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸਾਰੀ ਕਰਵਾਈ। ਪਰ ਆਪ ਸੰਗਤਾਂ ਨੂੰ ਗਿਆਤ ਹੋਵੇ, ਇਸ ਅਸਥਾਨ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੀ ਚਰਨ ਪਏ। ਜਿੱਥੇ ਅੱਜ ਹਰਮੰਦਰ ਸਾਹਿਬ ਹੈ, ਇਸ ਅਸਥਾਨ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਚਰਨ ਪਏ। ਇਸ ਅਸਥਾਨ ਤੇ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿਚਰਨ। ਬਹੁਤ ਮਹਾਨ ਪਵਿੱਤਰ ਅਸਥਾਨ ਸਾਡਾ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਇਲਾਕੇ ਵਿੱਚ ਆਏ ਨੇ, ਜਿੱਥੇ ਹੋਰ ਸੰਗਤਾਂ ਨੇ ਦਰਸ਼ਨ ਕੀਤੇ ਨੇ, ਇੱਥੇ 12 ਸਾਲ ਦਾ ਬੱਚਾ ਮੱਝਾਂ ਚਰਾਉਂਦਾ ਚਰਾਉਂਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਪਹੁੰਚਿਆ, ਦਰਸ਼ਨ ਕਰਨ ਵਾਸਤੇ ਪਹੁੰਚੇ। ਹਜੂਰ ਦੀ ਸੰਗਤ ਵਿੱਚ ਬੈਠ ਕੇ, ਚਰਨਾਂ ਵਿੱਚ ਬੈਠ ਕੇ ਇਹਨੇ ਕੀਰਤਨ ਸਰਵਣ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ। ਇਹਦੇ ਪੂਰਬਲੇ ਭਾਗ ਜਾ ਕੇ ਇੱਥੋਂ ਤੱਕ ਵੀ ਵਿਦਵਾਨ ਸੱਜਣ ਕਹਿੰਦੇ ਨੇ, ਇਹਨੇ ਆਪਣੇ ਹੱਥ ਦੇ ਵਿੱਚ ਦੁੱਧ ਦਾ ਕਟੋਰਾ ਲੈ ਕੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੁੱਧ ਵੀ ਛਕਾਇਆ। ਉਸ ਤੋਂ ਬਾਅਦ ਇਹਨੇ ਬੇਨਤੀ ਕੀਤੀ ਸੀ, ਬਾਬਾ ਤੇਰੇ ਦਰਸ਼ਨ ਕਰਨ ਦੇ ਨਾਲ ਅੰਦਰ ਸੁੱਖ ਮਿਲਿਆ, ਤੇਰੀ ਸੰਗਤ ਕਰਨ ਦੇ ਨਾਲ, ਤੇਰੇ ਕੋਲ ਕੀਰਤਨ ਸੁਣਨ ਦੇ ਨਾਲ ਅੰਦਰ ਨੂੰ ਸਕੂਨ ਮਿਲਿਆ ਹੈ। ਇੱਕ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ। ਵੇਖੋ 12 ਸਾਲ ਦਾ ਬੱਚਾ ਹੈ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਹਿਲੀ ਵਾਰੀ ਮਿਲਿਆ ਹੈ ਤੇ ਕਿੱਡੀ ਵੱਡੀ ਬਖਸ਼ਿਸ਼ ਦਾ ਪਾਤਰ ਬਣ ਗਿਆ। ਮਹਾਰਾਜ ਕਹਿਣ ਲੱਗੇ, ਪੁੱਤਰ ਕੀ ਬੇਨਤੀ? ਕਹਿਣ ਲੱਗਾ, ਮਹਾਰਾਜ ਮੌਤ ਤੋਂ ਬਹੁਤ ਡਰ ਲੱਗਦਾ ਹੈ, ਕਿਰਪਾ ਕਰਕੇ ਜੰਮਣ ਮਰਨ ਕੱਟ ਦਿਓ। ਤੇ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ, ਪੁੱਤਰ ਹਲੇ ਤੇ ਬਚਪਨ ਹੈ, ਹਲੇ ਤੇ ਜਵਾਨੀ ਆਉਣੀ ਹੈ, ਫਿਰ ਬੁਢੇਪਾ ਆਉਣਾ ਹੈ, ਹੁਣੇ ਮੌਤ ਦੀਆਂ ਗੱਲਾਂ, ਹੁਣੇ ਜੰਮਣ ਮਰਨ ਦੀਆਂ ਗੱਲਾਂ, ਹਲੇ ਤੇ ਬਹੁਤ ਸਮਾਂ ਪਿਆ ਹੈ। ਤੇ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਬਾਬਾ ਪਤਾ ਨਹੀਂ ਕਿਹੜੇ ਵੇਲੇ ਮੌਤ ਨੇ ਆ ਜਾਣਾ। ਪੁੱਛਿਆ, ਬੇਟਾ ਇੰਨੀ ਕਿਉਂ ਸਮਝ, ਇੰਨਾ ਕਿਉਂ ਇਸ ਪਾਸੇ ਤੁਰਿਆ, ਤੈਨੂੰ ਕਿਵੇਂ ਪਤਾ ਵੀ ਮੌਤ ਨੇ ਪਤਾ ਨਹੀਂ ਕਦੋਂ ਆ ਜਾਣਾ? ਤੇ ਇਹਨੇ ਉਸ ਵੇਲੇ ਬਚਨ ਕੇ, ਬਾਬਾ ਜੀ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੇ ਇਲਾਕੇ ਦੇ ਵਿੱਚ ਕੁਝ ਹਾਕਮ ਆਏ ਸਨ, ਉਹਨਾਂ ਦੇ ਨਾਲ ਸੈਨਾ ਸੀ, ਸਿਪਾਹੀ ਸੀ। ਕਹਿਣ ਲੱਗੇ, ਉਹ ਜਦੋਂ ਸਾਡੇ ਇਲਾਕੇ ਵਿੱਚ ਆਏ, ਉਹਨਾਂ ਨੇ ਸਾਡੀਆਂ ਫਸਲਾਂ ਨੂੰ ਇਹ ਨਹੀਂ ਵੇਖਿਆ ਵੀ ਕੱਚੀਆਂ ਨੇ, ਉਹਨਾਂ ਨੇ ਇਹ ਨਹੀਂ ਵੇਖਿਆ ਪੱਕੀਆਂ ਨੇ, ਉਹਨਾਂ ਨੇ ਜਿਉਂ ਆਪਣੇ ਘੋੜਿਆਂ ਦੇ ਨਾਲ ਫਸਲਾਂ ਤਬਾਹ ਕਰ ਦਿੱਤੀਆਂ, ਸਾਡੀਆਂ ਕੱਚੀਆਂ ਤੇ ਡੱਡਰੀਆਂ ਪੱਕੀਆਂ ਫਸਲਾਂ ਨੂੰ ਵੱਢ ਕੇ ਤਬਾਹ ਕਰ ਦਿੱਤਾ। ਕਹਿਣ ਲੱਗੇ, ਮੇਰੇ ਮਨ ਵਿੱਚ ਖਿਆਲ ਆਇਆ, ਜੇ ਇਹਨਾਂ ਹਾਕਮਾਂ ਦੇ ਕੋਈ ਹੱਥ ਨਹੀਂ ਫੜ ਸਕਿਆ, ਇਹਨਾਂ ਨੇ ਕੱਚੀਆਂ ਫਸਲਾਂ ਉਜਾੜ ਦਿੱਤੀਆਂ ਨੇ, ਡੱਡਰੀਆਂ ਵੱਢ ਦਿੱਤੀਆਂ ਨੇ, ਤੇ ਜਿਸ ਵੇਲੇ ਮੌਤ ਦੇ ਹਾਕਮਾਂ ਨੇ ਆਉਣਾ ਹੈ, ਉਹਨਾਂ ਮੌਤ ਦੇ ਹਾਕਮਾਂ ਨੂੰ ਕੌਣ ਰੋਕ ਸਕਦਾ? ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਸਾਨੂੰ ਮੌਤ ਦੇ ਘਾਟ ਉਤਾਰ ਦੇਣਾ। ਬਸ ਉਸ ਦਿਨ ਤੋਂ ਮਨ ਵਿੱਚ ਇੰਨੀ ਉਪਰਾਮਤਾ ਪੈਦਾ ਹੋਈ, ਬਾਬਾ ਅੱਜ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ ਪਿਆ, ਹਲੇ ਤੇ ਬਚਪਨ ਹੈ, ਪਰ ਪਤਾ ਨਹੀਂ ਮੌਤ ਦੇ ਹਾਕਮਾਂ ਨੇ ਕਦੋਂ ਆ ਜਾਣਾ, ਇਸ ਜੰਮਣ ਮਰਨ ਦੇ ਗੇੜ ਤੋਂ ਬਚਾ ਲੈ। ਸਿੱਖ ਵਿਦਵਾਨ ਲਿਖਦੇ ਨੇ, ਜਨਮ ਸਾਖੀ ਵਾਲਾ ਕਹਿਣ ਲੱਗੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਠੇ ਨੇ ਤੇ ਘੁੱਟ ਕੇ ਇਸ ਬੱਚੇ ਨੂੰ ਆਪਣੇ ਸੀਨੇ ਨਾਲ ਲਾ ਲਿਆ, ਗਲੇ ਨਾਲ ਲਾ ਲਿਆ। ਕਹਿਣ ਲੱਗੇ, ਬੇਟਾ ਹੈ ਤੇ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰ। ਆਪ ਸੰਗਤਾਂ ਨੂੰ ਗਿਆਤ ਹੋਵੇ, ਇਸ ਬੱਚੇ ਦਾ ਨਾਂ ਬਚਪਨ ਦੇ ਵਿੱਚ ਮਾਤਾ ਪਿਤਾ ਨੇ ਬੂੜਾ ਰੱਖਿਆ, ਬੂੜਾ। ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਘੁੱਟ ਕੇ ਗਲੇ ਨਾਲ ਲਾਇਆ ਨਾ, ਤੇ ਬਚਨ ਕਹਿ ਦਿੱਤੇ, ਬੇਟਾ ਹੈ ਤੇ ਬੱਚਾ ਹੈ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਨਾ। ਉਸ ਦਿਨ ਤੋਂ ਬਾਬਾ ਬੁੱਢਾ ਜੀ ਦਾ ਨਾਮ ਬਾਬਾ ਬੁੱਢਾ ਜੀ ਪੈ ਗਿਆ। ਤੇ ਇੱਕ ਸਿੱਖ ਵਿਦਵਾਨ ਲਿਖਦਾ ਹੈ, ਕਹਿਣ ਲੱਗੇ, ਪਤਾ ਨਹੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹੋ ਜੀ ਗਲਵੱਕੜੀ ਪਾਈ, ਸਾਰੀ ਉਮਰ ਇਸ ਬੱਚੇ ਨੂੰ ਆਪਣੀ ਗਲਵੱਕੜੀ ਨਾਲ ਲਾ ਲਿਆ। 125 ਸਾਲ ਦੀ ਉਮਰ ਬਾਬਾ ਬੁੱਢਾ ਜੀ ਭੋਗ ਕੇ ਗਏ। 12 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਮਿਲਾਪ ਹੋਇਆ। ਬਸ ਜਿਉਂ 12 ਸਾਲ ਦੀ ਉਮਰ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜੇ ਨੇ, 113 ਸਾਲ ਦੀ ਉਮਰ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਕੱਢ ਦਿੱਤੀ। ਤੇ ਕਿੰਨਾ ਮਾਣ ਸਨਮਾਨ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੋਇਆ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ, ਤੇ ਗੁਰਤਾ ਗੱਦੀ ਦਾ ਤਿਲਕ ਲਾਉਣ ਵਾਸਤੇ ਬਾਬਾ ਬੁੱਢਾ ਜੀ ਨੂੰ ਮਹਾਰਾਜ ਜੀ ਨੇ ਬਚਨ ਕਿਹਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਤੇ ਗੁਰਮੁਖੋ
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਚਪਨ ਵਿੱਚ ਤੇ ਸੰਭਾਲ ਹੀ ਬਾਬਾ ਬੁੱਢਾ ਜੀ ਨੇ ਆਪ ਕੀਤੀ। ਉਹਨਾਂ ਨੇ ਵੀ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਾਇਆ। ਇੰਨੀ ਮਹਾਨ ਬਖਸ਼ਿਸ਼ ਦੇ ਪਾਤਰ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਪ੍ਰਾਪਤ ਕਰ ਗਏ। ਅੱਜ ਜਿਹੜਾ ਤੁਸੀਂ ਅਸਥਾਨ ਵੇਖਦੇ ਹੋ ਨਾ ਬੀੜ ਬਾਬਾ ਬੁੱਢਾ ਸਾਹਿਬ, ਵੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੇ ਨੂੰ, ਸਿਮਰਨ ਕਰਨ ਵਾਲੇ ਨੂੰ ਕਿੰਨਾ ਮਾਣ ਬਖਸ਼ਿਸ਼ ਕੀਤਾ ਹੈ। ਸਭ ਤੋਂ ਪਹਿਲਾਂ ਤੇ ਉਹਨਾਂ ਨੇ ਬਖਸ਼ਿਸ਼ ਕੀਤੀ ਸੀ 98 ਸਾਲ ਦੀ ਉਮਰ ਸੀ ਬਾਬਾ ਬੁੱਢਾ ਜੀ, ਜਿਸ ਦਿਨ ਉਹਨਾਂ ਨੂੰ ਗ੍ਰੰਥੀ ਦੀ ਪਦਵੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ, ਹੈੱਡ ਗ੍ਰੰਥੀ ਦੀ ਪਦਵੀ ਬਾਬਾ ਬੁੱਢਾ ਸਾਹਿਬ। ਤੇ ਵੇਖੋ ਕਿੰਨਾ ਮਾਣ ਸਨਮਾਨ ਮਹਾਰਾਜ ਜੀ ਆਪਣੇ ਸਿੱਖ ਸੇਵਕਾਂ ਨੂੰ ਦਿੰਦੇ। ਹਾਲਾਂਕਿ ਸਾਰੀਆਂ ਹੀ ਸੰਗਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਪੁੱਤਰਾਂ ਦੀਆਂ ਦਾਤਾਂ ਮੰਗਦੇ ਨੇ, ਕਾਰੋਬਾਰ ਦੀਆਂ ਦਾਤਾਂ ਮੰਗਦੇ ਨੇ, ਸੋਹਣੇ ਮਹੱਲ ਮੰਗਦੇ ਨੇ, ਮਾਇਆ ਦੀਆਂ ਦਾਤਾਂ ਸਭ ਕੁਝ ਮੰਗਦੇ ਨੇ। ਪਰ ਅੱਜ ਜਦੋਂ ਮਾਤ ਗੰਗਾ ਜੀ ਨੇ ਬੇਨਤੀ ਕੀਤੀ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਹੇ ਸਾਈਂ ਜੀ ਲੋਕਾਂ ਦੀਆਂ ਝੋਲੀਆਂ ਭਰਨ ਵਾਲੇ, ਕਿਰਪਾ ਕਰੋ ਮੇਰੇ ਘਰ ਦੇ ਵਿੱਚ ਵੀ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਹੁਣ ਵੇਖੋ ਆਪਣੇ ਘਰ ਦੀ ਗੱਲ ਆਈਏ ਤੇ ਮਹਾਰਾਜ ਜੀ ਨੇ ਆਪ ਨਹੀਂ ਕੁਝ ਕਿਹਾ, ਕਹਿਣ ਲੱਗੇ ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਹੈ ਤੇ ਜਾ ਉਸ ਭਾਰੀ ਮਹਾਂਪੁਰਖ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਘਰ ਦੇ ਵਿੱਚ ਕੱਢ ਦਿੱਤੀ, ਉਸ ਮਹਾਂਪੁਰਖ ਬਾਬਾ ਬੁੱਢਾ ਜੀ ਕੋਲ ਜਾ ਕੇ ਅਰਦਾਸ ਕਰੋ। ਇੰਨਾ ਮਾਣ ਉਸ ਵੇਲੇ ਸੰਗਤਾਂ ਨੇ ਕਹਿ ਵੀ ਦਿੱਤਾ, ਮਹਾਰਾਜ ਤੁਸੀਂ ਤੇ ਆਪ ਮਾਤ ਗੰਗਾ ਜੀ ਨੇ ਕਹਿ ਦਿੱਤਾ ਵੀ ਲੋਕਾਂ ਨੂੰ ਪੁੱਤਰਾਂ ਦੀਆਂ ਦਾਤਾਂ ਦਿੰਦੇ ਜੇ, ਅੱਜ ਆਪਣੇ ਵਾਸਤੇ ਲੋੜ ਪਈ ਤੇ ਉਸ ਮਹਾਂਪੁਰਖ ਕੋਲ ਕਹਿਣ ਲੱਗੇ ਹਾਂ ਉਹ ਆਪਣੀ ਰਸਨਾ ਤੋਂ ਅਰਦਾਸ ਕਰਨਗੇ, ਝੋਲੀਆਂ ਭਰੀਆਂ ਜਾਣ। ਅੱਜ ਵੀ ਉਸ ਅਸਥਾਨ ਤੇ ਜਦੋਂ ਉਹ ਦਿਹਾੜਾ ਆਉਂਦਾ ਨਾ ਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਬਾਬਾ ਬੁੱਢਾ ਜੀ ਦੇ ਉਸ ਅਸਥਾਨ ਤੇ ਜਾ ਕੇ ਨਤਮਸਤਕ ਹੁੰਦੀਆਂ ਨੇ। ਇੰਨੀਆਂ ਬਖਸ਼ਾਂ ਬਾਬਾ ਬੁੱਢਾ ਜੀ ਨੇ ਮਾਣੀਆਂ। ਉਸ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਕੱਲ੍ਹ ਦੇ ਦਿਨ ਸੀ, ਆਪ ਸੰਗਤਾਂ ਦੇ ਸਹਿਯੋਗ ਨਾਲ ਅੱਜ ਵੀ ਮਨਾਇਆ ਜਾ ਰਿਹਾ। ਵੇਖੋ ਉਹਨਾਂ ਦਾ ਜੀਵਨ ਤੇ ਆਪਾਂ ਵਾਚ ਲਿਆ, ਪਰ ਉਹਨਾਂ ਦੇ ਜੀਵਨ ਵਿੱਚੋਂ ਕੁਝ ਸਿੱਖਿਆ ਲੈ ਕੇ ਜਾਈ। ਅੱਜ ਦਾ ਜਿਹੜਾ ਹੁਕਮਨਾਮਾ ਹੈ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਮਹਾਰਾਜ ਜੀ ਕਹਿੰਦੇ ਗੁਰ ਸੇਵਾ ਤੇ ਸੁਖ ਉਪਜਾਏ ਫਿਰ ਦੁੱਖ ਨਾ ਲੱਗੇ ਆਏ। ਗੁਰੂ ਦੀ ਸੇਵਾ ਕਰਨ ਤੋਂ ਬਾਅਦ ਸੁਖ ਉਪਜੇ, ਉਪਜੇ ਦੇ ਅਰਥ ਹੁੰਦੇ ਪੈਦਾ ਹੋਣਾ। ਜਿਹੜਾ ਬੰਦਾ ਕਹਿੰਦਾ ਨਾ ਵੀ ਮੇਰੀ ਜ਼ਿੰਦਗੀ ਦੁੱਖਾਂ ਵਿੱਚ ਨਿਕਲ ਗਈ, ਸੁੱਖ ਨਾਂ ਦੀ ਚੀਜ਼ ਆਈ ਨਹੀਂ, ਸੁਪਨੇ ਵਿੱਚ ਵੀ ਕਿਤੇ ਸੁੱਖ ਦੀ ਝਲਕ ਨਹੀਂ ਮਿਲਦੀ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨਾਂ ਤੇ ਵਿਸ਼ਵਾਸ ਕਰੇ। ਮਹਾਰਾਜ ਜੀ ਕਹਿੰਦੇ ਨੇ ਭਲਿਆ ਇੱਕ ਸੁੱਖ ਨਹੀਂ, ਦੋ ਸੁੱਖ ਨਹੀਂ, ਲੋਕ ਦੇ ਸਾਰੇ ਸੁੱਖ ਝੋਲੀ ਵਿੱਚ ਪੈ ਜਾਣਗੇ, ਪਰ ਲੋਕ ਦੇ ਸਾਰੇ ਸੁੱਖ ਝੋਲੀ ਵਿੱਚ ਪੈ ਜਾਣਗੇ ਜੇ ਕਿਤੇ ਐਸ ਗੱਲ ਨੂੰ ਪੱਲੇ ਬੰਨ੍ਹ ਪੁੱਛਿਆ ਕਿਹੜਾ, ਕਹਿਣ ਲੱਗੇ ਗੁਰੂ ਦੀ ਸੇਵਾ ਵਿੱਚ ਜੁੜਦਾ, ਗੁਰੂ ਦੇ ਚਰਨਾਂ ਵਿੱਚ ਜੁੜਦਾ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ। ਕਦੀ ਵੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਆਏਗਾ। ਤੇ ਤੁਸੀਂ ਕਹੋਗੇ ਵੀ ਅਸੀਂ ਤੇ ਬਹੁਤ ਸੇਵਾ ਕਰਦੇ ਹਾਂ ਪਰ ਫਿਰ ਵੀ ਕੋਈ ਨਾ ਕੋਈ ਦੁੱਖ ਆਉਂਦਾ ਹੀ ਰਹਿੰਦਾ ਹੈ। ਨਹੀਂ ਗੁਰਮੁਖੋ, ਸੱਚ ਜਾਣਿਆ ਜੇ ਜਦੋਂ ਅਸੀਂ ਪਿਛਲੇ ਕਰਮਾਂ ਨੂੰ ਵਾਚਦੇ ਹਾਂ ਨਾ, ਵੇਖਦੇ ਹਾਂ, ਇਹਨੂੰ ਕਈ ਵਾਰੀ ਮਾੜੇ ਕਰਮ ਸੀ ਵੀ ਉਹ ਇਸ ਵੇਲੇ ਵੀ ਸਾਡੇ ਨਾਲ ਤੁਰੇ ਆਉਂਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਸੇਵਾ ਕਰੀ ਜਾ, ਸਿਮਰਨ ਕਰੀ ਜਾ। ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਦ੍ਰਿਸ਼ਟੀ ਨਾਲ ਤੱਕਣਗੇ, ਸੱਚ ਜਾਣੀ ਵਾਕੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਏਗਾ, ਸਾਰੇ ਸੁੱਖਾਂ ਦੀਆਂ ਦਾਤਾਂ ਝੋਲੀ ਵਿੱਚ ਪੈ ਜਾਣਗੀਆਂ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਸਭ ਤੋਂ ਵੱਡਾ ਜਿਹੜਾ ਦੁੱਖ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਜੰਮਣ ਤੇ ਮਰਨ ਦਾ ਮੰਨਿਆ। ਉਹ ਗੱਲ ਵੱਖਰੀ, ਸਾਨੂੰ ਇਹਦੇ ਬਾਰੇ ਇੰਨਾ ਪਤਾ ਨਹੀਂ। ਅਸੀਂ ਕਹਿੰਦੇ ਇਹ ਕਿਹੜਾ ਦੁੱਖ, ਦੁੱਖ ਤੇ ਇੱਕ ਗਰੀਬੀ ਹੈ, ਦੁੱਖ ਤੇ ਇੱਕ ਭੁੱਖ ਹੈ, ਪਰ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਨਹੀਂ ਬੰਦਿਆ, ਇਹ ਤੇ ਛੋਟੇ ਛੋਟੇ ਦੁੱਖ ਨੇ, ਆਉਂਦੇ ਨੇ ਚਲੇ ਜਾਂਦੇ ਨੇ, ਪਰ ਜੰਮਣ ਮਰਨ ਦਾ ਏਡਾ ਵੱਡਾ ਦੁੱਖ ਹੀ ਪਤਾ ਨਹੀਂ ਕਿੰਨੇ ਕੁ ਜਨਮ ਬੰਦਾ ਇਹਦੇ ਵਿੱਚ ਦੁੱਖ ਭੋਗਦਾ ਰਹਿੰਦਾ। ਮਹਾਰਾਜ ਜੀ ਕਹਿੰਦੇ ਨੇ ਜਦੋਂ ਗੁਰੂ ਦੀ ਸੇਵਾ ਕਰੇਗਾ ਨਾ, ਜੰਮਣ ਮਰਨਾ ਮਿਟ ਗਿਆ, ਜੰਮਣ ਮਰਨ ਦਾ ਦੁੱਖ ਖਤਮ ਹੋ ਜਾਏਗਾ। ਕਾਲੇ ਕਾ ਕਿਛ ਨਾ ਬਸਾਏ, ਆ ਜਿਹੜਾ ਜਮਾਂ ਦਾ ਡਰ ਹੈ, ਮੌਤ ਦਾ ਡਰ ਹੈ, ਕਹਿ ਲਗੇ ਬਿਲਕੁਲ ਤੇਰੇ ਨੇੜੇ ਨਹੀਂ ਆਏਗਾ। ਹਰ ਸੇਤੀ ਮਨ ਰਵ ਰਹਿਆ
ਸੱਚੇ ਰਹਿਆ ਸਮਾਏ। ਜਿਨ੍ਹਾਂ ਦਾ ਮਨ ਗੁਰੂ ਦੀ ਸੇਵਾ ਵਿੱਚ ਤੇ ਪ੍ਰਮਾਤਮਾ ਦੇ ਸਿਮਰਨ ਵਿੱਚ ਲੱਗ ਗਿਆ, ਉਹ ਪ੍ਰਮਾਤਮਾ ਵਿੱਚ ਸਮਾ ਜਾਂਦੇ ਨੇ, ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚੱਲਨ ਸਤਿਗੁਰ ਭਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਹੁਕਮਨਾਮੇ ਦੇ ਵਿੱਚ ਜ਼ਿਕਰ ਕਰਦੇ ਪਏ ਨੇ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਉਹਨਾਂ ਤੋਂ ਸਦਕੇ ਜਾਣਾ ਜੋ ਚੱਲਣ ਸਤਿਗੁਰ ਭਾਏ। ਭਾਏ ਦੇ ਅਰਥ ਹੁੰਦਾ ਨੇ ਪ੍ਰੇਮ, ਜਿਹੜੇ ਗੁਰੂ ਦੇ ਪ੍ਰੇਮ ਵਿੱਚ ਚੱਲਦੇ ਨੇ, ਜਿਹੜੇ ਗੁਰੂ ਨੂੰ ਪ੍ਰੇਮ ਕਰਦੇ ਨੇ। ਹੁਣ ਵੇਖੋ ਗੁਰਮੁਖੋ, ਜੇ ਪ੍ਰੇਮ ਨਾ ਹੋਵੇ ਤੇ ਬੰਦਾ ਜਾਂਦਾ ਨਹੀਂ। ਇਹ ਬੜੀ ਵੱਡੀ ਬਖਸ਼ਿਸ਼ ਹੈ। ਤੁਸੀਂ ਵੱਡੀ ਤਾਦਾਦ ਦੇ ਵਿੱਚ ਐਤਵਾਰ ਵਾਲੇ ਦਿਨ, ਸੰਗਰਾਂਦ ਵਾਲੇ ਦਿਨ, ਗੁਰਪੁਰਬ ਵਾਲੇ ਦਿਨ ਆਉਂਦੇ ਹੋ। ਇਹ ਪ੍ਰੇਮ ਦੀ ਕੋਈ ਅੰਦਰ ਕੋਈ ਜੜ ਹੈ ਤਾਂ ਹੀ ਅਸੀਂ ਗੁਰੂ ਘਰ ਦੇ ਵਿੱਚ ਖਿੱਚੇ ਆਉਂਦੇ। ਇਹ ਅਰਦਾਸ ਕਰਨੀ, ਸਤਿਗੁਰੂ ਕਿਰਪਾ ਕਰੋ ਸਾਡਾ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਪ੍ਰੇਮ ਬਣਿਆ ਰਹੇ, ਇਸੇ ਤਰ੍ਹਾਂ ਅਸੀਂ ਸੰਗਤ ਦੇ ਵਿੱਚ ਆਉਂਦੇ ਰਹੀਏ, ਜੁੜੇ ਰਹੀਏ, ਸੇਵਾ ਕਰਦੇ ਰਹੀਏ। ਮਹਾਰਾਜ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਉਹਨਾਂ ਤੋਂ ਸਦਕੇ ਜਾਣਾ ਜਿਹੜੇ ਗੁਰੂ ਦੇ ਪ੍ਰੇਮ ਵਿੱਚ ਤੁਰਦੇ ਨੇ, ਭਾਵ ਗੁਰੂ ਦੀ ਸੰਗਤ ਵਿੱਚ ਜੁੜਦੇ ਨੇ ਤੇ ਗੁਰੂ ਨੂੰ ਪ੍ਰੇਮ ਕਰਦੇ ਨੇ। ਮਹੱਲਾ ਤੀਜਾ, ਬਿਨ ਸ਼ਬਦੇ ਸੁਧ ਨਾ ਹੋਵੇ ਜੇ ਅਨੇਕ ਕਰਾਏ ਸ਼ਿੰਗਾਰ। ਆਪਣੇ ਆਪ ਨੂੰ ਅੰਦਰੋਂ ਸ਼ੁੱਧ ਕਰਨਾ ਹੈ ਨਾ, ਸਾਫ਼ ਕਰਨਾ ਹੈ, ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਹੈ। ਤੇ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਤੋਂ ਬਿਨਾਂ ਅੰਦਰ ਸ਼ੁੱਧ ਨਹੀਂ ਹੋਵੇਗਾ, ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਉਤਰੇਗੀ। ਗੁਰੂ ਦੇ ਸ਼ਬਦ ਵਿੱਚ ਜੁੜ, ਬਾਣੀ ਵਿੱਚ ਜੁੜ, ਇਹਨੇ ਤੇਰੇ ਅੰਦਰ ਨੂੰ ਸਾਫ਼ ਕਰਨਾ। ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ। ਜਿਹੜੇ ਪਤੀ ਪਰਮਾਤਮਾ ਦੀ ਵਡਿਆਈ ਨੂੰ, ਗੁਰੂ ਦੀ ਵਡਿਆਈ ਨੂੰ ਨਹੀਂ ਜਾਣਦੇ, ਗੁਰੂ ਪਰਮਾਤਮਾ ਨੂੰ ਛੱਡ ਕੇ ਦੂਜੇ ਭਾ ਦੇ ਵਿੱਚ, ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਖਤਮ ਹੁੰਦੇ ਨੇ। ਸਾ ਕੁਸੁੱਧ ਸਾ ਕੁਲੱਖਣੀ ਨਾਨਕ ਨਾਰੀ ਵਿੱਚ ਕੁਨਾਰ। ਉਹ ਇੱਕ ਜਿਵੇਂ ਭੈੜੇ ਲੱਛਣਾਂ ਵਾਲੀ ਇਸਤਰੀ ਦੀ ਬੇਇੱਜ਼ਤੀ ਹੁੰਦੀ ਨਾ, ਭਾਵ ਕੋ ਉਹਨੂੰ ਇੱਜ਼ਤ ਮਾਣ ਸਨਮਾਨ ਨਹੀਂ ਦਿੰਦਾ। ਇਸੇ ਤਰ੍ਹਾਂ ਜਿਹੜੇ ਗੁਰੂ ਵਾਲੇ ਬਣ ਕੇ ਸਿਮਰਨ ਸੇਵਾ ਨਹੀਂ ਕਰਦੇ, ਉਹਨਾਂ ਨੂੰ ਰੱਬ ਦੇ ਘਰ ਦੇ ਵਿੱਚ ਕੋਈ ਸਨਮਾਨ ਨਹੀਂ। ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬਹਿਣੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਹੇ ਪ੍ਰਮਾਤਮਾ ਮੇਰੇ ਤੇ ਦਇਆ ਕਰੋ, ਮੈਂ ਆਪਣੀ ਰਸਨਾ ਦੇ ਨਾਲ ਤੁਹਾਡੀ ਬਾਣੀ ਉਚਾਰਦਾ ਰਵਾਂ। ਹਰ ਨਾਮ ਧਿਆਈ ਹਰ ਉਚਰਾਂ, ਹਰ ਲਾਹਾ ਲੈਣੀ। ਮੈਂ ਹਰ ਵਕਤ ਤੁਹਾਡੇ ਨਾਮ ਨੂੰ ਧਿਆਉਂਦਾ ਰਵਾਂ, ਰਸਨਾ ਦੇ ਨਾਲ ਨਾਮ ਉਚਾਰਦਾ ਰਵਾਂ, ਤਾਂ ਕਿ ਸੰਸਾਰ ਦੇ ਵਿੱਚ ਮੇਰੇ ਦੁੱਖ ਕੱਟੇ ਜਾਣ। ਜੋ ਜਪਦੇ ਹਰ ਹਰ ਦਿਨ ਸਰਾਧ ਤਿਨ ਹਉ ਕੁਰਬਾਨੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਜਿਹੜੇ ਗੁਰੂ ਦੀ ਸੇਵਾ ਕਰਦੇ ਨੇ, ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਮੈਂ ਉਹਨਾਂ ਤੋਂ ਦਿਨ ਰਾਤ ਕੁਰਬਾਨ ਜਾਣਾ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ, ਤਿੰਨ ਜਨ ਦੇਖਾਂ ਨੈਣੀ। ਜਿਹੜੇ ਗੁਰੂ ਨੂੰ ਪ੍ਰੇਮ ਕਰਦੇ ਨੇ, ਗੁਰੂ ਦੀ ਸੇਵਾ ਕਰਦੇ ਨੇ, ਪਰਮਾਤਮਾ ਨਾਲ ਪ੍ਰੇਮ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਵਾਹਿਗੁਰੂ ਕਿਰਪਾ ਕਰੋ ਮੈਂ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ। ਹਉ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਣਾ ਹੈ, ਉਸ ਗੁਰੂ ਤੋਂ ਸਦਕੇ ਜਾਣਾ ਹੈ ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ। ਸਤਿਗੁਰੂ ਕਿਰਪਾ ਕਰਨ। ਸਮੇਂ ਦੀ ਸਮਾਪਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਅਤੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੱਲਾਂ ਬਖਸ਼ ਲੈਣੀਆਂ ਜੀ। ਆਓ ਗੁਰੂ ਘਰ ਦੇ ਸਤਿਕਾਰਯੋਗ ਕੀਰਤਨ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਜਥਾ ਪਹੁੰਚ ਚੁੱਕਾ ਹੈ। ਉਹਨਾਂ ਦੀ ਰਚਨਾ ਤੋਂ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दया के दयाल मोहे पतित उदारिय, पतित उदारिय, पतित उदारिय। पतित उदारिय, पतित उदारिय। दया के दयाल मोहे पतित उदारिय, दया के दयाल मोहे पतित उदारिय।
सिसला सगल अंग रोम रोम कर, नख सिसला सगल अंग रोम रोम कर, काट काट सिखन के चरण परवारिय। काट काट सिखन के चरण परवारिय, काट काट सिखन के चरण परवारिय। काट काट सिखन के चरण परवारिय, दया के दयाल मोहे पतित उदारिय, दया के दयाल मोहे पतित उदारिय। तेह पद पादक चरण लेव लगी रहे, तेह पद पादक चरण लेव लगी रहे, दया के दयाल मोहे पतित उदारिय, दया के दयाल मोहे पतित उदारिय। नख सिसला सगल अंग रोम रोम कर, काट काट सिखन के चरण परवारिय, काट काट सिखन के चरण परवारिय। अगन जराए पुन पीसन पसाए ताहे, अगन जराए फुल पीसन पिसाए ताहे, ले उडे पवन होए अनक प्रकारिय। ले उडे पवन ताहे अनक प्रकारिय, दया के दयाल मोहे पतित उदारिय, दया के दयाल मोहे पतित उदारिय। तेह पद पदक चरण लेव लगी रहे, तेह पद पदक चरण लेव लगी रहे, दया के दयाल मोहे पतित उदारिय, दया के दयाल मोहे पतित उदारिय। जत कत सिख पग धरे गुर पंथ प्रात, जत कत सिख पग धरे गुर पंथ प्रात, ताहू ताहू मार्ग में पसम को डारिय, ताहू ताहू मार्ग में पसम को डारिय, दया के दयाल मोहे पतित उदारिय, दया के दयाल मोहे पतित उदारिय। तेह पद पादक चरण लेव लगी रहे,
देह पद पदक चरण लेव लागी रहे दया के दयाल मोहे पतित उतारिए दया के दयाल मोहे पतित उतारिए दया के दयाल मोहे पतित उतारिए दया के दयाल मोहे पतित उतारिए। कैसे बातन से जाइए 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 प्रीतम के देश कैसे प्रीतम के देश कैसे बातन से जाइए 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 प्रीतम के देश कैसे प्रीतम के देश कैसे बातन से जाइए कैसे बातन से जाइए कैसे बातन से जाइए कैसे बातन से जाइए पूछते हैं वेद खाद औखद न संयम से पूछते हैं वेद खाद औखद न संयम से कैसे मिटे रोग कैसे मिटे रोग सुख सहज समाइए कैसे बातन से जाइए 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 पूछत पथकते हैं मार्ग न धरे पग पूछत पथकते हैं मार्ग न धरे पग प्रीतम के देश प्रीतम के देश कैसे बातन से जाइए 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 कैसे बातन
संजम से पूछते हैं वैद्य खाद औषध न संजम से कैसे मिटे रोग, कैसे मिटे रोग सुख सहज समाइए, कैसे बतन से जाइए, 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 कैसे बतन से जाइए। पूछते सुहागन है कर्म दुहागन के, पूछते सुहागन है कर्म दुहागन के, हृदय विचार, हृदय विचार कत से जब बुलाइए, कैसे बतन से जाइए, 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 कैसे बतन से जाइए। गाय सुने आंखें मिटे पाए ना परम पद, गाय सुने आंखें मिटे कहाँ पयो जो दो लोचन मूंद के, कहाँ भयो जो दो लोचन मूंद के, बैठ रहे हो बक ध्यान लगायो, आन हाथ फिरो लिए सौत समुद्र, लोक गयो पर लोक गवायो, पास कियो बिख्याल सो बैस के, ऐसे ऐसे सो बैस बतायो, सच कहूँ सुन ले हो सब जन प्रेम कियो तिन्हीं प्रभ पायो, काय सुनया के मिटे पाए ना परम पद, काय सुने आके मिटे पाए ना परम पद, गुरु उपदेश, गुरु उपदेश जो ना कमाइए, कैसे बातन से जाइए, 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 कैसे बातन से जाइए। गली जो गला होई एक दृष्ट कर समसर जाने,
ਪਥਕ तेह मार्ग न तारे पग प्रीतम के देश कैसे बतन से जाइए। जैसे बैल तेली को चलत कई कोस चले आंख उगरत वही ठौर ही ठिकानो है। जिस तरह ਖੂਹ ਦੇ ਗਾਦੀ ਦੇ ਅੱਗੇ ਬਲਦ ਜੋ ਦਿੱਤੇ ਜਾਂਦੇ ਨੇ, ਤੇਲੀ ਕੋਲੂ ਦੇ ਸਾਹਮਣੇ ਬਲਦਾਂ ਨੂੰ ਜੋ ਦਿੰਦਾ, ਗਲ ਵਿੱਚ ਟੱਲੀ ਪਾ ਦਿੰਦਾ, ਅੱਖਾਂ ਤੇ ਬੰਨ ਦਿੰਦਾ ਖੋਪੇ, ਤੇ ਇੱਕ ਪੁਰਾਣੀ ਜੀ ਹੱਥ ਵਿੱਚ ਹੁੰਦੀ ਸੋਟੀ, ਉਸ ਨਾਲ ਬਲਦਾਂ ਨੂੰ ਹੱਕ ਕੇ ਚਲਾ ਦਿੰਦਾ। ਆਪ ਸਰੋਂ ਪਾਈ ਜਾਂਦਾ ਉਸ ਕੋਲੂ ਦੇ ਪੁਰਜੇ ਦੇ ਵਿੱਚ। ਬਲਦ ਚੱਲਦੇ ਰਹਿੰਦੇ ਹਨ, ਸਾਰਾ ਦਿਨ ਬਲਦ ਚੱਲਦੇ ਰਹਿੰਦੇ, ਥੱਕ ਜਾਂਦੇ ਨੇ। ਜਦੋਂ ਉਹਨਾਂ ਨੂੰ ਗਾਦੀ ਤੋਂ ਬਾਹਰ ਲਾ ਕੇ ਤੇ ਲਿਆ ਕੇ ਉਹਨਾਂ ਦੇ ਕਿੱਲੇ ਤੇ ਖੁਰਲੀ ਤੇ ਬੰਨਿਆ ਜਾਂਦਾ, ਅੱਖਾਂ ਤੋਂ ਉਹਨਾਂ ਦੇ ਖੋਪੇ ਲਾਏ ਜਾਂਦੇ ਨੇ, ਤਾਂ ਜਦੋਂ ਉਹਨਾਂ ਦੀ ਅੱਖ ਉਗੜਦੀ ਤੇ ਵੇਖਦੇ ਨੇ, ਕਹਿੰਦੇ ਇੱਥੇ ਹੀ ਆ, ਅਸੀਂ ਤੇ ਸਵੇਰ ਦੇ ਚੱਲਦੇ ਪਏ ਆ, ਪਰ ਅਜੇ ਤੱਕ ਇੱਥੇ ਦੇ ਇੱਥੇ ਹੀ ਆ। ਫਿਰ ਉਹਨਾਂ ਨੂੰ ਪਤਾ ਲੱਗਾ ਕਿ ਸਾਨੂੰ ਤੇ ਇੱਥੇ ਹੀ ਘੁਮਾਇਆ ਜਾ ਰਿਹਾ, ਚਾਰ ਚਫੇਰੇ ਘੁਮਾਇਆ ਜਾ ਰਿਹਾ, ਆਪਣੇ ਲੋਭ ਕਰਕੇ ਸਾਨੂੰ ਘੁਮਾਇਆ ਜਾ ਰਿਹਾ। ਪਰ ਅਸੀਂ ਅਣਜਾਣ ਪੁਣੇ ਦੇ ਅੰਦਰ ਇਹ ਸੋਚਨੇ ਆ ਵੀ ਅਸੀਂ ਬਹੁਤ ਪੈਂਡਾ ਤੈਅ ਕਰ ਲਿਆ। भाई साहब भाई गुरदास साहब जी फरमान करते हैं, कहते जैसे बैल तेली को चलत कई कोस चलियो आंख उगरत वही ठौर ही ठिकानो है। जैसे बट तरासरी अन्ना पुरुष है जेड़ा वो पहला बाहर जदों खेती वढ़दे सन ते नाल ही पराली लैके ਤੇ ਉਹਨੂੰ ਰੱਸੇ ਵੱਟੀ ਜਾਂਦੇ ਸਨ। ਕਹਿੰਦੇ ਜਿਵੇਂ ਅੰਨਾ ਪੁਰਸ਼ ਜਿਹੜਾ ਹੈ ਪਿੱਛੇ ਲਾ ਲਾ ਕੇ ਸਾਣ ਜਾਂ ਪਰਾੜੀ ਲਾ ਲਾ ਕੇ ਤੇ ਉਹ ਰੱਸੀ ਵੱਟ ਵੱਟ ਕੇ ਇੱਧਰ ਇੱਧਰ ਸਿੱਟਦਾ ਪਿਆ, ਤੇ ਕਹਿੰਦੇ ਇੱਕ ਪਾਸੇ ਉਹ ਰੱਸੀ ਵੱਟਦਾ ਜਾ ਰਿਹਾ ਤੇ ਇਸ ਪਾਸੇ ਸਿੱਟਦਾ ਪਿਆ। ਔਰ ਖਾਤ ਜਾਤ ਬਛਰੋ ਬਹੁਰ ਪਛਤਾਨੋ ਹੈ, ਪਿੱਛੇ ਬੱਚਾ ਹੈ ਬਲਦ ਦਾ ਬੱਚਾ। ਇੱਕ ਪਾਸਿਓਂ ਇਹ ਅੰਨਾ ਪੁਰਸ਼ ਜਿਹੜਾ ਹੈ ਰੱਸੀ ਵੱਟਦਾ, ਇਸ ਪਾਸੇ ਨੂੰ ਖੱਬੇ ਹੱਥ ਸਿੱਟਦਾ ਚਲਾ ਜਾ ਰਿਹਾ। ਇਹ ਵੇਖਦਾ ਵੀ ਰੱਸੀ ਬੜੀ ਲੰਮੀ ਹੋ ਗਈ ਹੋਵੇਗੀ। ਜੈਸੇ ਆਂਦਰੋ ਬਟਤ ਜੇਵਰੀ ਖਾਤ ਜਾਤ ਬਛਰਾ ਬਾਹਰ ਪਛਤਾਨੋ ਹੈ। ਅੰਨਾ ਪੁਰਸ਼ ਜਿਹੜਾ ਹੈ ਉਹ ਰੱਸੀ ਵੱਟਦਾ ਪਿਆ, ਪਰ ਇੱਕ ਪਾਸੇ ਵੱਛਾ ਜਿਹੜਾ ਹੈ ਉਹ ਰੱਸੀ ਨੂੰ ਮੂੰਹ 'ਚ ਪਾ ਕੇ ਚਿੱਥੀ ਜਾਂਦਾ, ਖਾਈ ਜਾ ਰਿਹਾ। ਤੇ ਜਦੋਂ ਇਸ ਨੇ ਹੱਥ ਮਾਰਿਆ, ਟਟੋਰਿਆ ਤੇ ਇੰਨੀ ਕੁ ਰੱਸੀ ਬਚੀ। ਕਹਿਣ ਲੱਗਾ ਸਾਰਾ ਦਿਨ ਹੋ ਗਿਆ, ਆ ਪਰਾਲੀ ਦੇ ਢੇਰ, ਸਾਣ ਦੇ ਢੇਰ ਜਿਹੜੇ ਹਨ ਖਤਮ ਹੋ ਗਏ ਨੇ, ਤੇ ਰੱਸੀ ਇੰਨੀ ਕੋਈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਆ, ਕਹਿ ਰਹੇ पूछत पथक तेह मार्ग न धरे पग प्रीतम के देश कैसे बातन से जाइए। पुछदियां ही सारी उम्र लंघ गई है, सारी उम्र पुछदियां ही लंघ गई। रब दा मार्ग की है, हर का मार्ग आखिए कहो कित विद जाइए। हरि परमात्मा दा मार्ग है किवें चलीए। ते सतगुरु कहंदे हन ते पंथ रतन ਗਿਆਨੀ ਮਸਕੀਨ ਸਾਹਿਬ ਕਹਿੰਦੇ ਵੀ ਜਦੋਂ ਭੁੱਖ ਲੱਗੀ ਹੋਵੇ ਕਦੀ ਪੁੱਛਿਆ ਜਾਂਦਾ ਰੋਟੀ ਕਿਵੇਂ ਖਾਈਏ, ਤਰੇ ਲੱਗੀ ਹੋਵੇ ਤੇ ਕਦੇ ਪੁੱਛਿਆ ਜਾਂਦਾ ਪਾਣੀ ਕਿਵੇਂ ਪੀਵੀਏ। ਕਹਿੰਦੇ ਤੈਨੂੰ ਅਜੇ ਭੁੱਖ ਹੀ ਨਹੀਂ ਲੱਗੀ। ਗੁਰੂ ਅਰਜਨ ਸਾਹਿਬ ਕਹਿੰਦੇ ਜਿਨ ਕੋ ਲੱਗੀ ਪਿਆਸ, ਜੇ ਤੈਨੂੰ ਪਿਆਸ ਲੱਗੇਗੀ ਤੂੰ ਤਾਂ ਪੁੱਛੇਗਾ ਹੀ ਨਹੀਂ ਬਈ ਨਾਮ ਕਿਵੇਂ ਜਪਣਾ, ਰੱਬ ਦੇ ਮਾਰਗ ਤੇ ਕਿਵੇਂ ਚੱਲਣਾ। हर का मार्ग आखिए कहो कित बद जाइए। किस तरह चलिए। पूछत पथक ओ पुछदे ओ ही पए ने जिन्हां ने चलना ही नहीं।
ਸ਼ਾਇਦ ਕੋਈ ਇਹੋ ਜਿਹਾ ਮਿਲ ਜਾਏ ਕਹੇ ਨਾ 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 ਚੱਲਣ ਦੀ ਤੇ ਲੋੜ ਹੀ ਨਹੀਂ, ਕਿਉਂ ਤੁਰੇ ਜਾਂਦੇ ਹੋ। ਪੁੱਛਤ ਪਥਕ ਤੇ ਮਾਰਗ ਨਾ ਧਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਪੁੱਛਤ ਹੈ ਵੈਦ, ਵੈਦਾਂ ਦੇ ਕੋਲ ਜਾ ਜਾ ਕੇ ਬਾਹਾਂ ਫਕੜਾ ਕੇ ਨਬਜ਼ ਆਪਣੀ ਵਿਖਾ ਕੇ ਉਹਨੇ ਕਿਹਾ ਵੀ ਆਹ ਰੋਗ ਹੈ, ਇਹ ਰੋਗ ਇਸ ਦਵਾਈ ਨਾਲ ਜਾਏਗਾ। ਨਾਲ ਸੰਜਮ ਹੈ, ਸੰਜਮ ਦੇ ਨਾਲ ਚੱਲੀ ਦਵਾਈ ਖਾਈ। ਵੈਦ ਨੂੰ ਤੇ ਪੁੱਛ ਲਿਆ, ਦਵਾਈ ਵੀ ਲੈ ਲਈ, ਪੁੱਛਤ ਬਦ ਤੇ ਫਿਰ ਖਾਧਾ ਕੀ, ਨਾ ਤੇ ਸੰਜਮ ਰੱਖਿਆ ਤੇ ਨਾ ਹੀ ਦਵਾਈ ਜਿਹੜੀ ਹੈ ਸਮੇਂ ਸਿਰ ਖਾਧੀ, ਤੇ ਫਿਰ ਕੈਸੇ ਮਿਟੇ ਰੋਗ। ਪੁੱਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਥੇ ਥੋੜਾ ਬਿਆਨ ਕੀਤਾ ਹੈ। ਜਿਵੇਂ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ ਅੰਤਲੀ ਪੰਕਤੀ ਦੇ ਅੰਦਰ ਕਹਿੰਦੇ, ਗਾਏ ਸੁਣੇ ਆਖੇ ਮੀਟੇ ਪਾਈਏ ਨਾ ਪਰਮ ਪਦ। ਗਾਣਾ ਸੁਣਨਾ ਤੇ ਅੱਖਾਂ ਮੀਟ ਲੈਣੀਆਂ, ਇਹ ਤਿੰਨ ਜਿਹੜੀਆਂ ਜੁਗਤੀਆਂ ਨੇ ਰੱਬ ਤੱਕ ਨਹੀਂ ਲੈ ਕੇ ਜਾਂਦੀਆਂ। ਲਿਜਾਂਦੀਆਂ ਜ਼ਰੂਰ ਨੇ, ਪਰ ਪਾਤਸ਼ਾਹ ਕਹਿੰਦੇ ਜੇ ਤੂੰ ਸੱਚੇ ਦਿਲੋਂ ਤੇਰੀ ਵਾਹਿਗੁਰੂ ਕਹੇ ਤੇ ਅੱਖਾਂ ਜੁੜ ਜਾਣ। ਲੋਕਾਂ ਨੂੰ ਵੇਖ ਕੇ ਜਦੋਂ ਤੂੰ ਅੱਖਾਂ ਬੰਦ ਕਰਦਾ ਹੈ, ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਭੁੱਖਣ ਸਾਰੰਗ, ਤੇ ਫਿਰ ਜਿਹੜਾ ਹੈ ਤੂੰ ਲੁਟੇਰਾ ਰੂਪ ਧਾਰਨ ਕਰ ਲਿਆ। ਧਾਨਕ ਰੂਪ ਰਹਾ ਕਰਤਾਰ ਬਣ ਕੇ ਤੂੰ ਦੁਨੀਆ ਨੂੰ ਲੁੱਟਦਾ ਪਿਆ। ਸਤਿਗੁਰੂ ਕਹਿੰਦੇ ਕਹਾਂ ਭਾਇਓ, ਕਹਿੰਦੇ ਅੱਖਾਂ ਮੀਚਣ ਦੀ ਤਾਂ ਲੋੜ ਨਹੀਂ, 7 ਸਮੁੰਦਰਾਂ ਤੇ ਨਹਾਉਣ ਦੀ ਲੋੜ ਨਹੀਂ। ਕਹਾਂ ਭਾਇਓ ਜੋ ਦੋਏ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ ਨਾ ਹਾथ फिरे हो लिए 7 समुद्र लोक गयो पर लोक पास कियो बखियान से बैस के, ऐसे ही ऐसे सो बैस बतायो। साच कहो कहते तू अखां खुलियां रख, पर तेरियां अखां तेरे देण विच, तेरे बोलण विच, तेरे चलण विच प्रेम दी परिभाषा आ जाए। जिन प्रेम कीओ तिन ही प्रभ पायो। प्रेम नाल तू थोड़ा जिहा भी बोल देगा किसे नूं, ओनूं राह मिल जाए। प्रेम नाल तू थोड़ा जिहा भी दे देगा, तेरे दित्ते दा उस दे तली दे उपर, ओदी थैली दे उपर, ओदे घर दे अंदर सहस गुणा बन के जाएगा। प्रेम नाल दिता वधेगा, प्रेम नाल बोलेगा, प्रेम नाल सुनेगा, प्रेम नाल चलेगा, चलाएगा। जिन प्रेम कियो कहते आप ते रब नूं पाएगा ही, नाल दूजियां नूं भी रब दी मंजिल दिखा देगा। अखां बंद करनियां, चुप रहना बहुत वड्डी अवस्था है। पर जे तू परमात्मा करके ते अपने मन करके जुड़े, फिर तेरियां अखां अपने आप बंद हो जाणगियां, फिर अंदर नूं लभणगियां। अखां बंद अपने आप हुंदियां, अंदर तलाश करदियां। अंदर की है? कुप अंधेरा है। कुप अंधेरे चों की मिलदा है? साडे ख्यालात बाहर आउंदे ने। अंधेरे दे अंदर साडे ख्याल बाहर, सानू दुश्मन, सानू मित्र, सानू ईरखा, सानू वखीली, सानू हान, सानू लाभ सब नज़र आउंदा जदों अखां बंद कर लईदा। साडे गुण अवगण किन्ना कुछ सानू नज़र आउंदा। जिवें आकाश विच रात दे तारे नज़र आउंदे ने, इसे तरह ही ख्यालातां दे मजमूए जिहड़े बने पए ने, अखां बंद करन दे नाल साडे दिमाग चों आउंदे ने। असीं की कर रहे हां? ਉਹ ਸਾਨੂੰ ਮਾਰਗ ਦੱਸਦੇ। ਜਿਵੇਂ ਰਾਤ ਦੇ ਹਨੇਰੇ ਅੰਦਰ ਤਾਰੇ ਛੋਟੇ ਛੋਟੇ ਟਿਮ ਟਮਾਉਂਦੇ ਨੇ ਤੇ ਮਨੁੱਖ ਨੂੰ ਜੋੜਦੇ ਹਨ। ਜੇ ਤਾਰੇ ਨਾ ਚੜਨ ਤੇ ਕੋਪਾਂ ਅੰਧੇਰਾ ਹੋਵੇ, ਤਾਰਾ ਨਜ਼ਰ ਹੀ ਨਾ ਆਵੇ, ਰਾਤ ਨੂੰ ਚੱਲਣ ਵਾਲੇ ਰਾਹੀ ਮੁਸਾਫਰ ਇੱਕਦਮ ਦੁਖੀ ਹੋ ਜਾਣਗੇ, ਫੈਡ ਅਪ ਹੋ ਜਾਣਗੇ, ਬਾਹਰ ਹੀ ਨਹੀਂ ਨਿਕਲਣਗੇ। ਜਦੋਂ ਇਹ ਬਾਹਰ ਨਿਕਲਦੇ ਰਾਤ ਦੇ ਅੰਧੇਰੇ ਤੇ ਤਾਰੇ ਜਿਹੜੇ ਚਮਕਦੇ ਨੇ, ਤੇ ਫਿਰ ਉਹਨਾਂ ਨੂੰ ਵੇਖ ਕੇ ਇਹਨਾਂ ਦਾ ਮਨ ਵੀ ਬਾਗੋ ਬਾਗ ਹੋ ਜਾਂਦਾ। ਕਹਿੰਦੇ ਭਿੰਨੀ ਰਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਸਾਹਿਬ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਪਾਵਨ ਅਵਤਾਰ ਪੁਰਬ ਜਨਮ ਦਿਨ ਆਪਾਂ ਮਨਾ ਰਹੇ ਹਾਂ, ਉਹ ਮਹਾਨ ਸ਼ਖਸੀਅਤ ਸਿੱਖ ਕੌਮ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ 2 ਸਿੱਖ ਮਿਲੇ। ਗੁਰੂ ਨਾਨਕ ਸਾਹਿਬ ਨੂੰ
ਇੱਕ ਨੂੰ ਤਾਂ ਛੋਟੀ ਉਮਰ 'ਚ ਹੀ ਮਿਲ ਗਏ, ਭਾਈ ਮਰਦਾਨੇ ਨੂੰ। ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ, ਕਿਉਂਕਿ ਥੋੜੀ ਉਮਰ ਦਾ ਫਰਕ ਹੈ, 10 ਸਾਲਾਂ ਦਾ ਇਹਨਾਂ ਦਾ ਆਪੋ ਵਿੱਚ, ਔਰ ਬਾਲ ਸਖਾ ਹੈ ਭਾਈ ਮਰਦਾਨਾ। ਸਤਿਗੁਰ ਨੇ ਕੀਰਤਨੀਆਂ ਬਣਾ ਕੇ ਕਹਿ ਲੱਗੇ ਸਾਡੇ ਨਾਲ ਚੱਲ। ਗੁਰੂ ਨਾਨਕ ਸਾਹਿਬ ਆਏ, ਭਾਈ ਮਰਦਾਨਾ ਆਇਆ, ਬਾਣੀ ਆਈ ਤੇ ਕੀਰਤਨ ਰੂਪ ਲੈ ਕੇ ਆਈ। ਬਾਬਾ ਬੁੱਢਾ ਸਾਹਿਬ 37 ਸਾਲ ਬਾਅਦ ਆਪ ਜੀ ਦਾ ਪ੍ਰਕਾਸ਼ ਹੁੰਦਾ। 1469 ਵਿੱਚ ਗੁਰੂ ਨਾਨਕ ਦੇਵ ਦਾ, 1506 ਦੇ ਵਿੱਚ ਬਾਬਾ ਬੁੱਢਾ ਸਾਹਿਬ ਦਾ ਜਨਮ ਹੁੰਦਾ। 37 ਸਾਲ ਬਾਅਦ ਤੇ ਜਦੋਂ ਮਿਲਾਪ ਹੁੰਦਾ ਉਦੋਂ ਬਾਬਾ ਬੁੱਢਾ ਸਾਹਿਬ ਦੀ ਉਮਰ 9 ਸਾਲ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 45 ਸਾਲ। ਇਸ ਅਵਸਥਾ ਵਿੱਚ ਜਾ ਕੇ ਆਪ ਜੀ ਦਾ ਮਿਲਾਪ ਹੁੰਦਾ। ਇੱਕ ਨੂੰ ਤੇ ਨਾਲ ਲੈ ਕੇ ਕੀਰਤਨ ਦੀਆਂ ਲੜੀਆਂ ਪਰੋਂਦੇ ਚਲੇ ਜਾ ਰਹੇ ਨੇ, ਰਾਗ ਰਾਗਣੀ ਮੰਗਲ ਗਾ ਰਹੇ ਹਨ। ਦੂਜੇ ਨੂੰ ਵੀ ਸ਼ਬਦ ਦੀ ਆਣ ਲਗਾ ਦਿੱਤੀ। ਜਿਵੇਂ ਸ਼ਬਦ ਦੀ ਆਣ ਲੱਗ ਜਾਂਦੀ ਨਾ, ਚਿੰਗਾਰੀ ਲੱਗ ਜਾਂਦੀ ਏ ਤੇ ਉਹ ਆਹਿਸਤਾ ਆਹਿਸਤਾ ਮਗਦੀ ਏ ਤੇ ਲੋਹੇ ਨੂੰ, ਸੋਨੇ ਨੂੰ, ਹੀਰੇ ਨੂੰ, ਪੁਖਰਾਜਾਂ ਨੂੰ ਭਸਮ ਬਣਾਉਂਦੀ ਚਲੀ ਜਾਂਦੀ ਤੇ ਭਸਮ ਜਿਹੜੀ ਹੈ ਤਾਕਤ ਬਣ ਜਾਂਦੀ। ਬਾਬਾ ਬੁੱਢਾ ਸਾਹਿਬ ਨੂੰ ਚਿੰਗਾਰੀ ਲੱਗ ਗਈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤੁਰੇ ਆਓ। ਬਾਬਾ ਬੁੱਢਾ ਸਾਹਿਬ ਕਹਿੰਦੇ ਸਤ ਬਚਨ ਮਹਾਰਾਜ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰਿਆਈ ਮਿਲ ਗਈ, ਆਪ ਦਿੱਤੀ ਬਾਬਾ ਬੁੱਢਾ ਸਾਹਿਬ ਨੇ। ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਿਆਈ ਦੇਤੀ ਤੇ 5ਵੇਂ ਜਾਮੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਬਾਬਾ ਜੀ ਪਹਿਲੇ ਜਾਮੇ ਦੇ ਕੀਤੇ ਹੋਏ ਵਚਨ ਹੁਣ ਪੂਰੇ ਹੋਣ ਲੱਗੇ ਨੇ। ਤੁਸੀਂ ਬੜਾ ਲੰਮਾ ਪੈਂਡਾ ਤੈਅ ਕਰਕੇ ਆਏ ਹੋ। ਤੁਸੀਂ ਭਾਈ ਮਰਦਾਨੇ ਦਾ ਕੀਰਤਨ ਵੀ ਸੁਣਿਆ, ਸਾਧੂ ਸਜਾਦੂ ਦਾ ਵੀ ਕੀਰਤਨ ਸੁਣਿਆ, ਬਾਦੂ ਸਜਾਦੂ ਦਾ, ਸਤੇ ਬਲਵੰਡ ਦਾ ਕੀਰਤਨ ਸੁਣਿਆ। ਬਾਬਾ ਬੁੱਢਾ ਸਾਹਿਬ ਆਓ, ਹੁਣ ਇੱਕ ਸਟੇਜ ਖਾਲੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੀ ਸੇਵਾ ਸੰਭਾਲ ਤੁਹਾਨੂੰ ਦੇਣੀ ਹੈ, ਪਹਿਲੇ ਗ੍ਰੰਥੀ ਤੁਸੀਂ ਹੋਵੋਗੇ। 2 ਸਿੱਖਾਂ ਨੂੰ, ਮਾਨ ਸਿੱਖਾਂ ਨੂੰ ਹੀ ਦਿੱਤਾ। ਸਿੱਖਾਂ ਪੁੱਤਰਾਂ ਘੋਖ ਕੇ ਬਰਾਦਰੀ ਪਿੱਛੇ ਛੱਡ ਦਿੱਤੀ। ਬਰਾਦਰੀ ਦੇ ਵਿੱਚੋਂ ਸਤਿਗੁਰ ਨੇ ਪਹਿਲੇ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਆਪਣੀ ਬਰਾਦਰੀ ਚੋਂ ਕੋਈ ਨਹੀਂ ਛਾਂਟਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਮਰਦਾਨਾ ਮਰਾਸ਼ੀ, ਬਾਬਾ ਬੁੱਢਾ ਸਾਹਿਬ ਜੱਟ ਬੰਸ ਦੇ ਅੰਦਰ ਜ਼ਿਮੀਂਦਾਰੇ, ਇਹਨਾਂ ਨੂੰ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਿਆਈ ਔਰ ਇਹਨਾਂ ਨੂੰ ਗ੍ਰੰਥੀ ਸਿੰਘ ਦੀ ਸਥਾਪਨਾ ਦੇ ਦਿੱਤੀ। ਪਹਿਲੇ ਜਾਮੇ 'ਚ ਕੀਰਤਨੀਆਂ, 5ਵੇਂ ਜਾਮੇ ਦੇ ਅੰਦਰ ਗ੍ਰੰਥੀ ਤੇ ਕੀਰਤਨੀਆਂ ਗੁਰੂ ਨੇ ਬਣਾਇਆ। ਸਿੱਖ ਨੂੰ ਇੰਨਾ ਨੇੜੇ ਲੈ ਕੇ ਆਏ। 10ਵਾਂ ਜਾਮਾ ਆਇਆ ਤਾਂ ਫਿਰ ਸਿੱਖਾਂ ਦੀ ਹੀ ਛਾਂਟੀ ਕੀਤੀ ਤੇ ਕਹਿੰਦੇ 5 ਪਿਆਰੇ। ਭਾਵੇਂ ਬੰਸ ਮੌਜੂਦ ਸੀ ਪਰ ਨਹੀਂ, ਸਿੱਖਾਂ ਨੂੰ ਹੀ ਸਤਿਗੁਰਾਂ ਨੇ ਮਾਣ ਦਿੱਤਾ। ਐਸੇ ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਜਨਮ ਦਿਨ ਹੈ। ਲੱਖ ਲੱਖ ਵਧਾਈ ਹੈ। ਜਿਹਾ ਭਾਈ ਗੁਰਦਾਸ ਸਾਹਿਬ ਆਪਣੀ ਕਬਿਤ ਸਵਈਏ ਦੇ ਅੰਦਰ ਫਰਮਾਨ ਕਰਦੇ ਕਹਿ ਰਹੇ ਨੇ, ਕੈਸੇ ਬਤਨ ਸਜਾਈਏ, ਕੈਸੇ ਬਤਨ ਸਜਾਈਏ, ਕੈਸੇ ਬਤਨ ਸਜਾਈਏ, ਪ੍ਰੀਤਮ ਕੇ ਦੇਸ਼ ਕੈਸੇ ਪ੍ਰੀਤਮ ਕੇ, प्रीतम के देश कैसे बतन सजाइए, कैसे बतन सजाइए, कैसे बतन सजाइए, कैसे बतन सजाइए, कैसे बतन सजाइए।